ਹੈਲੋ ਸਟੂਡੈਂਟਸ। तो ਪਿਛਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਵਾ ਉਹ ਵੈਲੋਸਿਟੀ ਟਾਈਮ ਗ੍ਰਾਫ ਕੀਤਾ ਸੀ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਐਕਸੈਲਰੇਸ਼ਨ ਟਾਈਮ ਗ੍ਰਾਫ। ਠੀਕ ਹੈ ਜੀ। ਤੇ ਐਕਸੈਲਰੇਸ਼ਨ ਟਾਈਮ ਗ੍ਰਾਫ ਦੇ ਵਿੱਚ ਅਸੀਂ ਟਾਈਮ ਨੂੰ ਲੈਣਾ ਵਾ ਐਕਸ ਐਕਸਿਸ ਤੇ ਐਕਸੈਲਰੇਸ਼ਨ ਨੂੰ ਲੈਣਾ ਵਾਈ ਐਕਸਿਸ ਤੇ। ਫਰੋਮ ਦਿਸ ਗ੍ਰਾਫ ਵੀ ਕੈਨ ਫਾਈਂਡ ਦਾ ਚੇਂਜ ਇਨ ਸਪੀਡ ਇਨ ਏ ਸਰਟਨ ਇੰਟਰਵਲ ਆਫ ਟਾਈਮ। ਕਿਸੇ ਟਾਈਮ ਇੰਟਰਵਲ ਦੇ ਵਿੱਚ ਅਸੀਂ ਚੇਂਜ ਇਨ ਸਪੀਡ ਨੂੰ ਕੱਢ ਸਕਦੇ ਹਾਂ ਵਿਦ ਦੀ ਹੈਲਪ ਆਫ ਦਿਸ ਗ੍ਰਾਫ। ਫੋਰ ਲੀਨੀਅਰ ਮੋਸ਼ਨ, ਜੇਕਰ ਇੱਕ ਲਾਈਨ 'ਚ ਮੋਸ਼ਨ ਹੁੰਦਾ ਪਿਆ, ਐਕਸੈਲਰੇਸ਼ਨ ਗੁਣਾ ਟਾਈਮ ਇਜ਼ ਇਕੁਅਲ ਟੂ ਦੀ ਚੇਂਜ ਇਨ ਸਪੀਡ। ਆਪਾਂ ਨੂੰ ਪਤਾ ਐਕਸੈਲਰੇਸ਼ਨ ਕਿਹਦੇ ਇਕੁਅਲ ਹੁੰਦੀ ਹੈ? ਚੇਂਜ ਇਨ ਵੈਲੋਸਿਟੀ ਔਰ ਚੇਂਜ ਇਨ ਸਪੀਡ ਡਿਵਾਈਡਡ ਬਾय टाइम। तो एक्सेलरेशन इनटू टाइम इज़ इक्वल टू दी चेंज इन स्पीड हो गया साढ़े को। ठीक है जी, ये तुसी याद रखना इत्थे फॉर्मूला। देयरफॉर फ्रॉम दी एरिया इनक्लोज्ड बिटवीन दी एक्सेलरेशन टाइम स्कैच, एक्सेलरेशन टाइम स्कैच के अंदर जिन्ना एरिया आउंदा वा वो किहदी वैल्यू दूगा सानू? वी गेट द चेंज इन स्पीड ऑफ बॉडी फॉर द गिवन टाइम इंटरवल। गिवन टाइम इंटरवल ਦੇ ਵਿੱਚ ਐਕਸੈਲਰੇਸ਼ਨ ਟਾਈਮ ਗ੍ਰਾਫ ਦੇ ਵਿੱਚ ਜੋ ਵੀ ਏਰੀਆ ਇਨਕਲੋਜ਼ਡ ਹੋਏਗਾ ਉਹ ਕਿਹਦੇ ਇਕੁਅਲ ਹੋਏਗਾ? ਚੇਂਜ ਇਨ ਸਪੀਡ ਇਨ ਦੈਟ ਟਾਈਮ ਇੰਟਰਵਲ ਦੇ। ਠੀਕ ਹੈ ਜੀ। ਸੋ ਹੁਣ ਪਹਿਲਾ ਕੇਸ ਦੇਖੋ। ਪਹਿਲਾ ਕੇਸ ਹੈ ਵੀ ਕੇਸ 1 ਜਦੋਂ ਬੋਡੀ ਰੈਸਟ ਤੇ ਹੋਵੇ, ਸਟੇਸ਼ਨਰੀ ਹੋਵੇ ਜਾਂ ਫਿਰ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰਦੀ ਹੋਵੇ ਤੇ ਐਕਸੈਲਰੇਸ਼ਨ ਕੀ ਹੋਊਗੀ? ਜ਼ੀਰੋ ਹੋਊਗੀ। ਕਹਿਣ ਦਾ ਮਤਲਬ ਆਹ ਗ੍ਰਾਫ ਬਣੂਗਾ, ਟਾਈਮ ਵੱਧ ਰਿਹਾ ਵਾ ਪਰ ਐਕਸੈਲਰੇਸ਼ਨ ਨਹੀਂ ਵੱਧ ਰਹੀ। ਐਕਸੈਲਰੇਸ਼ਨ ਤਾਂ ਵਧੀ ਨਹੀਂ ਜ਼ੀਰੋ ਤੋਂ, ਐਕਸੈਲਰੇਸ਼ਨ ਜ਼ੀਰੋ ਹੋਊਗੀ। ਇਹ ਬੋਡੀ ਸਟੇਸ਼ਨਰੀ ਆ ਜਾਂ ਫਿਰ ਯੂਨੀਫਾਰਮ ਵੈਲੋਸਿਟੀ ਨਾਲ ਚੱਲਦੀ, ਉਹਦਾ ਉਹ ਐਕਸੈਲਰੇਸ਼ਨ ਟਾਈਮ ਗ੍ਰਾਫ ਆ। ਠੀਕ ਹੈ ਜੀ। ਨੈਕਸਟ ਕੀ ਹੈ ਸਾਡਾ? ਕੇਸ ਨੰਬਰ 2, ਇਫ ਦਾ ਵੈਲੋਸਿਟੀ ਆਫ ਬੋਡੀ ਇਨਕਰੀਜ਼ਿਜ਼ ਯੂਨੀਫਾਰਮਲੀ ਵਿਦ ਟਾਈਮ। ਜੇਕਰ ਬੋਡੀ ਦੀ ਵੈਲੋਸਿਟੀ ਇਨਕਰੀਜ਼ ਹੁੰਦੀ ਪਈ ਬਟ ਯੂਨੀਫਾਰਮਲੀ, ਮਤਲਬ ਇੱਕ ਰੇਟ ਤੇ, ਐਕਸੈਲਰੇਸ਼ਨ ਕੌਨਸਟੈਂਟ ਆ, ਐਕਸੈਲਰੇਸ਼ਨ ਕੌਨਸਟੈਂਟ ਆ, ਉਸ ਕੇਸ ਦੇ ਵਿੱਚ ਗ੍ਰਾਫ ਕਿੱਦਾਂ ਦਾ ਬਣੂਗਾ? ਸਟ੍ਰੇਟ ਲਾਈਨ, ਸਟ੍ਰੇਟ ਲਾਈਨ ਬਣੂਗਾ ਬਟ ਆ ਜ਼ੀਰੋ ਵਾਲੀ ਲਾਈਨ ਤੇ ਨਹੀਂ ਬਣੂਗਾ। ਐਕਸੈਲਰੇਸ਼ਨ ਦੀ ਵੈਲਿਊ ਤਾਂ ਹੋਊਗੀ ਬਟ ਟਾਈਮ ਦੇ ਨਾਲ ਨਾਲ ਐਕਸੈਲਰੇਸ਼ਨ ਦੀ ਵੈਲਿਊ ਕੀ ਹੈ? ਕੌਨਸਟੈਂਟ ਆ। ਠੀਕ ਹੈ ਜੀ। ਯੂਨੀਫਾਰਮਲੀ ਐਕਸੈਲਰੇਟਡ ਮੋਸ਼ਨ ਇਹਨੂੰ ਅਸੀਂ ਕਵਾਂਗੇ। ਕੇਸ ਨੰਬਰ 3 ਦੇਖੋ ਵੀ ਧਿਆਨ ਨਾਲ। ਇਫ ਦਾ ਵੈਲੋਸਿਟੀ ਆਫ ਬੋਡੀ ਡਿਕਰੀਜ਼ਿਜ਼ ਐਟ ਏ ਕੌਨਸਟੈਂਟ ਰੇਟ, ਰਿਟਾਰਡੇਸ਼ਨ ਕੌਨਸਟੈਂਟ ਆ, ਮਤਲਬ ਬੋਡੀ ਦੀ ਵੈਲੋਸਿਟੀ ਘਟਦੀ ਪਈ ਆ ਕੌਨਸਟੈਂਟ ਰੇਟ ਤੇ, ਕਹਿਣ ਦਾ ਮਤਲਬ ਰਿਟਾਰਡੇਸ਼ਨ ਕੌਨਸਟੈਂਟ ਆ। ਉਹਦਾ ਗ੍ਰਾਫ ਕਿੱਦਾਂ ਦਾ ਹੋਊਗਾ? ਓਰੀਜਨ ਤੋਂ ਨੀਚੇ ਵੱਲ ਨੂੰ ਨੈਗੇਟਿਵ ਡਾਇਰੈਕਸ਼ਨ 'ਚ। ਨੈਗੇਟਿਵ ਡਾਇਰੈਕਸ਼ਨ 'ਚ ਕੀ ਹੁੰਦੀ ਹੈ? ਰਿਟਾਰਡੇਸ਼ਨ। ਪੋਜ਼ਿਟਿਵ ਡਾਇਰੈਕਸ਼ਨ 'ਚ ਕੀ ਹੁੰਦੀ ਹੈ? ਐਕਸੈਲਰੇਸ਼ਨ। ਤੇ ਨੈਗੇਟਿਵ ਡਾਇਰੈਕਸ਼ਨ 'ਚ ਇੱਕ ਸਟ੍ਰੇਟ ਲਾਈਨ ਹੋਊਗੀ, ਮੈਗਨੀਟਿਊਡ ਕੌਨਸਟੈਂਟ ਉਹਦਾ ਰਹੂਗਾ, ਇਹਨੂੰ ਅਸੀਂ ਬੋਲਾਂਗੇ ਰਿਟਾਰਡਡ ਮੋਸ਼ਨ। ਤੇ ਫੋਰਥ ਕੇਸ, ਇਫ ਦਾ ਵੈਲੋਸਿਟੀ ਆਫ ਬੋਡੀ ਚੇਂਜਿਜ਼ ਇਨ ਐਨ ਇਰਰੈਗੂਲਰ ਮੈਨਰ ਦਾ ਐਕਸੈਲਰੇਸ਼ਨ ਇਜ਼ ਵੇਰੀਏਬਲ, ਦਾ ਐਕਸੈਲਰੇਸ਼ਨ ਟਾਈਮ ਗ੍ਰਾਫ ਵਿਲ ਦੈਨ ਬੀ ਏ ਕਰਵ ਆਫ ਐਨੀ ਸ਼ੇਪ। ਫਿਰ ਐਕਸੈਲਰੇਸ਼ਨ ਟਾਈਮ ਗ੍ਰਾਫ ਜਿਹੜਾ ਉਹ ਕਰਵ ਹੋਊਗੀ ਕਿਸੇ ਵੀ ਸ਼ੇਪ ਦੀ, ਜੇਕਰ ਬੋਡੀ ਦੀ ਵੈਲੋਸਿਟੀ ਜਿਹੜੀ ਚੇਂਜ ਹੁੰਦੀ ਇਰਰੈਗੂਲਰ ਮੈਨਰ ਨਾਲ, ਕੋਈ ਯੂਨੀਫਾਰਮਲੀ ਰੇਟ ਤੇ ਨਹੀਂ ਹੁੰਦੀ। ਠੀਕ ਹੈ ਜੀ। ਸੋ ਅਗਲਾ ਟੋਪਿਕ ਹੈ ਮੋਸ਼ਨ ਅੰਡਰ ਗ੍ਰੈਵਿਟੀ। ਮੋਸ਼ਨ ਅੰਡਰ ਗ੍ਰੈਵਿਟੀ ਦਾ ਕੀ ਮਤਲਬ ਆ? ਜਦੋਂ ਆਪਾਂ ਅਰਥ ਦੇ ਉੱਤੇ ਜੇ ਆਪਾਂ ਕੰਸੀਡਰ ਕਰੀਏ, ਆਪਾਂ ਕਿਸੇ ਛੱਤ ਦੇ ਉੱਤੋਂ ਖੜੇ ਹੋ ਕੇ ਕਿਸੇ ਬੋਲ ਨੂੰ ਛੱਡ ਦਈਏ, ਬੋਲ ਨੀਚੇ ਨੂੰ ਕਿਹਦੀ ਵਜ੍ਹਾ ਨਾਲ ਜਾਂਦੀ ਆ? ਕਿਉਂਕਿ ਅਰਥ ਦੀ ਕੀ ਆ? ਗ੍ਰੈਵਿਟੀ ਆ। ਅਰਥ ਉਹਨੂੰ ਅਟਰੈਕਟ ਕਰਦੀ ਇੱਕ ਫੋਰਸ ਨਾਲ। ਗ੍ਰੈਵਿਟੀ ਕੀ ਹੁੰਦੀ? ਅਰਥ ਦੀ ਇੱਕ ਅਟਰੈਕਸ਼ਨ ਫੋਰਸ ਹੁੰਦੀ, ਐਵਰੀ ਪਲੈਨਟ ਦੀ ਹੁੰਦੀ ਆ। ਸਾਡੀ ਧਰਤੀ ਨੂੰ ਵੀ ਸੂਰਜ ਨੇ ਖਿੱਚ ਕੇ ਰੱਖਿਆ ਹੈ ਗ੍ਰੈਵੀਟੇਸ਼ਨਲ ਫੋਰਸ ਨਾਲ। ਗ੍ਰੈਵੀਟੇਸ਼ਨ ਹਰੇਕ ਪਲੈਨਟ ਦੀ ਹੁੰਦੀ ਆ। ਅਰਥ ਗ੍ਰੈਵਿਟੀ ਦੇ ਨਾਲ ਉਸ ਚੀਜ਼ ਨੂੰ ਆਪਣੇ ਵੱਲ ਨੂੰ ਖਿੱਚਦੀ ਆ। ਆਪਾਂ ਅਰਥ ਦੀ ਗੱਲ ਕਰਨੀ ਆ ਮੇਨਲੀ। ਤੇ ਉਸ ਮੋਸ਼ਨ ਨੂੰ ਅਸੀਂ ਹੁਣ ਸਟੱਡੀ ਕਰਨਾ ਵੀ ਉਹ ਗ੍ਰੈਵਿਟੀ ਦੇ ਅੰਡਰ ਜਿਹੜਾ ਮੋਸ਼ਨ ਹੁੰਦਾ ਵਾ ਉਹਦੇ ਵਿੱਚ ਕੀ ਐਕਸੈਲਰੇਸ਼ਨ ਹੁੰਦੀ ਆ, ਕੀ ਰਿਟਾਰਡੇਸ਼ਨ ਹੁੰਦੀ ਆ, ਇਹਦੇ ਬਾਰੇ ਗੱਲ ਕਰਨੀ ਹੈ। ਠੀਕ ਹੈ ਜੀ। ਇਹ ਬੋਡੀ ਫਾਲਿੰਗ ਫਰੀਲੀ ਮਤਲਬ ਆਪਾਂ ਛੱਡਿਆ ਹੋਇਆ ਵਾ, ਧਰਤੀ ਦੀ ਖਿੱਚ ਕਰਕੇ ਜਾਂਦੀ ਪਈ ਥੱਲੇ, ਗ੍ਰੈਵਿਟੀ ਕਰਕੇ ਜਾਂਦੀ ਪਈ, ਅੰਡਰ ਗ੍ਰੈਵਿਟੀ ਮੂਵਜ਼ ਵਿਦ ਯੂਨੀਫਾਰਮ ਐਕਸੈਲਰੇਸ਼ਨ ਨਾਲ ਚੱਲਦੀ ਹੈ ਆਫ 9.8 ਮੀਟਰ ਪਰ ਸੈਕਿੰਡ ਸਕੁਅਰ ਨਾਲ। ਠੀਕ ਹੈ ਜੀ। For a body moving vertically upward, there is a uniformly retardation. There is a uniform retardation of 9.8 meter per second square. The motion under gravity is an example of uniformly accelerated or uniformly retarded motion. ਜਿਹੜਾ motion under gravity ਹੁੰਦਾ ਨਾ, ਜਾਂ ਤਾਂ uniformly accelerated ਹੋਊਗਾ ਜੇ body downward ਹੁੰਦੀ ਪਈ ਆ, uniformly retarded ਹੋਊਗਾ ਜੇ body upward ਜਾਂਦੀ ਪਈ ਹੈ। ਠੀਕ ਹੈ ਜੀ। Here we shall consider the motion of freely falling body under gravity and we shall use the acceleration time graph to obtain the velocity time graph and displacement time graph. ਕਹਿੰਦਾ ਵੀ ਅਸੀਂ motion of freely falling body ਦਾ consider ਕਰਨਾ and we shall use the acceleration time graph ਨੂੰ use ਕਰਨਾ to obtain ਬਣਾਉਣ ਲਈ velocity time graph ਤੇ displacement time graph ਉੱਤੋਂ ਹੀ ਬਣਾਉਣਾ ਅਸੀਂ। ਠੀਕ ਹੈ ਜੀ। The acceleration time graph for such a motion is a straight line parallel to time axis. acceleration time graph ਨਾ ਉਹਦਾ straight line ਹੀ ਹੋਣਾ, ਪੈਰਲਲ ਟੂ ਟਾਈਮ ਐਕਸਿਸ। ਜਿਹੜਾ ਅਸੀਂ ਆਹ ਬਣਾਇਆ ਨਾ, ਇਹ ਇੱਦਾਂ ਦਾ ਗ੍ਰਾਫ ਹੋਣਾ ਇਹਦਾ, ਇੱਦਾਂ ਦਾ ਜਾਂ ਇੱਦਾਂ ਦਾ ਜੇ ਯੂਨੀਫਾਰਮਲੀ ਐਕਸੈਲਰੇਟਡ ਆ, ਜਾਂ ਫਿਰ ਇੱਦਾਂ ਦਾ ਜੇ ਯੂਨੀਫਾਰਮਲੀ ਰਿਟਾਰਡਡ ਆ। ਠੀਕ ਹੈ ਜੀ। ਸਟ੍ਰੇਟ ਲਾਈਨ AF, ਜਿਹੜੀ AF ਸਟ੍ਰੇਟ ਲਾਈਨ ਆ, ਰਿਪਰੈਜ਼ੈਂਟਸ ਦਾ ਐਕਸੈਲਰੇਸ਼ਨ ਟਾਈਮ ਗ੍ਰਾਫ ਫੋਰ ਏ ਬੋਡੀ ਫਾਲਿੰਗ ਫਰੀਲੀ
विद यूनीफॉर्म एक्सैलरेशन इक्वल टू 10 मीटर पर सैकेंड स्क्वायर ना जी बॉडी फॉल करती पई ना वह एक्सैलरेशन टाइम ग्राफ असी ड्रॉ कर लिया। ठीक है जी। द ग्राफ कैन बी यूज टू obtain द वेलोसिटी टाइम ग्राफ भी कहता इतों अं बना सकते हैं बाय फाइंडिंग द एरिया इनक्लोज्ड बिटवीन द स्ट्रेट लाइन दे विच एंड द टाइम एक्सिस फॉर ईच इंटरवल ऑफ टाइम ऑफ 1 सैकेंड लैट द इनिशियल वेलोसिटी एट टी इज इक्वल टू 0 भी 0 कहना मान लो शुरू च वेलोसिटी 0 है। ठीक है जी। शुरू च इनिशियल वेलोसिटी 0 है। पहले 1 सैकेंड के कितना एरिया कवर हो गया 10 × 1 दैट इज़ 10। यदा मतलब 10 मीटर पर सैकेंड होगी वेलोसिटी आफ्टर 1 सैकेंड कितनी आ गई 10 मीटर पर सैकेंड। हुण आपां जे वेलोसिटी आफ्टर 2 सैकेंड लाइए OACQ का एरिया मीनस इन्ने का एरिया 2 सेकंडा बाद वेलोसिटी कितनी होगी इन्ने पोर्शन का एरिया कितना भी 10 × 2 दैट इज़ 20 मीटर पर सैकेंड। 2 सेकंडा बाद इन्नी होगी। 3 सेकंडा बाद देखिए 30 आ जू 3 डब्बे हो गए ना इतने 30 मीटर पर सैकेंड आ जाऊ इन्ने का एरिया कितना वा 10 × 3। 4 सेकंडा बाद देखिए 40 हो जू 5 सेकंडा बाद 50 हो जू। इसका मतलब वेलोसिटी जी एक सेकंड च 10 मीटर पर सैकेंड के हिसाब नाल वध रही है। तो वेलोसिटी वधन की हरेक सैकेंड च रेट कितनी है 10 मीटर पर सैकेंड। दैट मीनस एक्सैलरेशन की है 10 मीटर पर सैकेंड अपॉन सैकेंड 10 मीटर पर सैकेंड स्क्वायर आ इत्थे लिखिया भी उन्हें भी आप एक्सैलरेशन कितनी मनी है इतने 10 मीटर पर सैकेंड स्क्वायर मनी हुई है आ लिखा है। ठीक है जी। सो वो हिसाब नाल हुण असीं वेलोसिटी टाइम ग्राफ ड्रॉ करांगे। वेलोसिटी टाइम ग्राफ 0 सेकंड ते 0 ते 1 सेकंड ते 10 मीटर ते 2 सेकंड ते 20 ते 3 सेकंड ते 30 ते 4 ते 40 ते 5 ते 50 ते 50 सेकंडा वेलोसिटी कितनी होगी 50 मीटर पर सैकेंड। ठीक है जी। ये वेलोसिटी ऑफ बॉडी आ वेलोसिटी टाइम ग्राफ फॉर ए फ्रीली फॉलिंग बॉडी है। ठीक है जी। द वेलोसिटी टाइम ग्राफ फ्रॉम द अबव डाटा इज शोन इन फिगर विच इज स्ट्रेट लाइन inclined with the time axis having a slope of 10 मीटर पर सैकेंड स्क्वायर दी स्लोप आ वेलोसिटी टाइम ग्राफ की स्लोप की वैल्यू दसदी हुंदी एक्सैलरेशन की। द वेलोसिटी टाइम ग्राफ कैन बी यूज टू obtain द डिस्प्लेसमेंट टाइम ग्राफ भी कहता उतो बना सकते हैं बाय फाइंडिंग द एरिया इनक्लोज्ड बाय द स्ट्रेट लाइन OA विद द टाइम एक्सिस एट ईच इंटरवल ऑफ टाइम ऑफ 1 सैकेंड। एक सैकेंड के इंटरवल से ना हुण असीं डिस्प्लेसमेंट टाइम ग्राफ भी बनाउण लगे। पहले असीं इहदा एरिया कड्डांगे इन्ने का एरिया कड्ढिया 1 सैकेंड का कितना आ जाऊगा डिस्प्लेसमेंट इन 1 सैकेंड एरिया ऑफ ट्रायंगल OAP का कितना आ गया 1/2 × 1 × 10। ये कितों आया 1/2 इंटू बेस इंटू हाइट 1/2 इंटू बेस इंटू हाइट बेस कितना 1 हाइट कितनी 10 1/2 इंटू 1 × 10 किया अपने को कितना आ गया 5 मीटर। यदा मतलब डिस्प्लेसमेंट इन 1 सैकेंड कितनी है 5 मीटर। हुण डिस्प्लेसमेंट 2 सैकेंड वो एरिया किहदा कड्डांगे OBQ का यदा सारे का एरिया कड्डांगे यदा एरिया कितना आ जू 1/2 इंटू बेस इंटू हाइट यदा बेस कितना 2 हाइट कितनी 20 1/2 × 2 × 20 1/2 × 2 × 20 जदों कीता साढ़े को कट के कितना आ गया 20 मीटर आ गया 2 ਨਾਲ 2 कट्टिया गया 20 मीटर आ गया। ठीक है। हुण डिस्प्लेसमेंट इन 3 सैकेंड लिए असीं किहड़ा एरिया कड्डांगे आह वाला सारा एरिया कड्डांगे। एरिया किद्दां कड्डांगे आपां 1/2 इंटू बेस इंटू हाइट 3 × 30 × 1/2 कट के कितना आ जाऊगा 45 मीटर। सो हुण असीं ना इदां ही एरिए कड्डे तो एरिए की वैल्यू ये आ गई। हुण उदों तो असीं ग्राफ बना लिया। हुण डिस्प्लेसमेंट इन 1 सैकेंड कितनी ही 5 2 सैकेंड ते कितनी 20 3 सैकेंड ते कितनी ही 45 4 सैकेंड ते 80 तो 5 सैकेंड ते 125 मीटर से वो आप ग्राफ से प्लॉट कर लिया। हुण उहदा ग्राफ इदां दा बनया आ जिहड़ा साडा ग्राफ बनया। ठीक है जी। सो डिस्प्लेसमेंट टाइम ग्राफ कर्व OA बनी है। इट मे बी नोटेड दैट फॉर ए फ्रीली फॉलिंग बॉडी द डिस्प्लेसमेंट इज़ डायरैक्टली प्रोपोर्शनल टू दी स्क्वायर ऑफ द टाइम। इत्थों सानू एक गल पता लगी भी जी डिस्प्लेसमेंट आ डायरैक्टली प्रोपोर्शनल की आ स्क्वायर ऑफ द टाइम के डायरैक्टली प्रोपोर्शनल आ। ठीक है जी। स्क्वायर ऑफ द टाइम के डायरैक्टली प्रोपोर्शनल आ क्योंकि 1 सैकेंड च तो 5 मीटर सीगी। ठीक है जी। तो 2 सैकेंड का स्क्वायर 4 ते 20 होगी प्रोपोर्शनल होगी 3 ते 45 3 का स्क्वायर 9 के कोरसपोंडिंग 45 डायरैक्टली प्रोपोर्शनल 4 का स्क्वायर 16 ते 80 ये भी इको ही रेशो होगी तो 5 का स्क्वायर 25 ते 125 हुण तुसीं 5 नूं 1 नाल 20 नूं 4 नाल 45 नूं 9 नाल ते 80 नूं 16 नाल ते 125 नूं 25 नाल डिवाइड करोगे ऑलवेज की आऊगा 5। ਇਹਦਾ मतलब डिस्प्लेसमेंट किहदे ते प्रोपोर्शनल आ टी दे स्क्वायर ते टाइम दे स्क्वायर ते प्रोपोर्शनल आ। द टेबल बिलो रिप्रजेंट्स द स्क्वायर ऑफ टाइम एंड डिस्प्लेसमेंट फ्रॉम द अबव डाटा तो असी ना टाइम का स्क्वायर करके लिखा 1 4 9 16 25 तो कोरसपोंडिंग डिस्प्लेसमेंट सी ना वो ग्राफ प्लोटेड बाय टेकिंग द डिस्प्लेसमेंट ऑन वाई एक्सिस स्क्वायर ऑफ टाइम ऑन एक्स एक्सिस से जेकर आप प्लोट करिए तो ग्राफ किदा दा बनूगा स्ट्रेट लाइन OA बनूगी आ वाली जी इधर बनाई हुई है OA बनूगी। इसकी स्लोप की बनूगी 80 - 20 ये आप 80 - 20 कितों चूज़ की है 80 - 20 डिवाइडेड बाय 10 80 - 20 डिवाइडेड बाय 10 नहीं करना भी 16 - 4 सॉरी इत्थे 16 सी ना 4 सेकंडा तो 80 मीटर सी ना 4 का स्क्वायर 80 4 का स्क्वायर
16, 4 ਦਾ ਸਕੁਆਇਰ 16 ਹੋ ਗਿਆ। टी ਸਕੁਆਇਰ ਦੀ ਪਹਿਲੀ ਵੈਲਿਊ 16 ਹੋ ਗਈ। 2 ਤੇ ਕਿੰਨੀ ਸੀਗੀ 20 ਮੀਟਰ, ਤੇ 2 ਦਾ ਸਕੁਆਇਰ 4, 16 - 4 ਥੱਲੇ ਇੱਥੋਂ ਆਇਆ। 16 - 4 ਸੈਕਿੰਡ ਦਾ ਸਕੁਆਇਰ ਆ ਥੱਲੇ, ਇੱਥੇ ਗਲਤ ਪਾ ਗਿਆ, ਇਹ ਸੈਕਿੰਡ ਦਾ ਸਕੁਆਇਰ ਆ। ਠੀਕ ਹੈ ਜੀ, 16 - 4 ਸੈਕਿੰਡ ਦਾ ਸਕੁਆਇਰ ਆ ਥੱਲੇ, 16 - 4 ਸੈਕਿੰਡ ਦਾ ਸਕੁਆਇਰ। ਤੇ ਵੈਲੋਸਿਟੀ ਕਿੰਨੀ ਬਦਲੀ 80 ਤੋਂ 20 ਤੇ ਆਈ। 80 - 20 60 ਬਟਾ 16 - 4 12, 60 ਤੇ 12 ਕੱਟੇ 5 ਆ ਗਿਆ। ਇਹਦੀ ਯੂਨਿਟ ਜਿਹੜੇ ਮੀਟਰ ਪਰ ਸੈਕਿੰਡ ਸਕੁਆਇਰ ਨਹੀਂ ਹੋਣੇ, ਇਹ ਗਲਤੀ ਨਾਲ ਲਿਖਤੇ ਨੇ, ਮੀਟਰ ਪਰ ਸੈਕਿੰਡ ਦੀ -3 ਹੋਣੀ ਆ, ਮੀਟਰ ਪਰ ਸੈਕਿੰਡ ਦੀ -3। ਸੋ ਦਸ ਸਲੋਪ ਇਜ਼ ਹਾਫ ਦਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਜਿਹੜੀ ਸਲੋਪ ਇਹਦੀ ਆਈ ਹੈ ਨਾ ਉਹ ਹਾਫ ਵਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਐਕਸੈਲਰੇਸ਼ਨ ਕਿੰਨੀ ਸੀਗੀ 10 ਮੀਟਰ ਪਰ ਸੈਕਿੰਡ ਸਕੁਆਇਰ ਸੀਗੀ। ਐਕਸੈਲਰੇਸ਼ਨ ਕਿੰਨੀ ਸੀ 10 ਮੀਟਰ ਪਰ ਸੈਕਿੰਡ ਸਕੁਆਇਰ। ਸਲੋਪ ਇਹਦੀ ਕਿੰਨੀ ਆਈ ਹਾਫ ਆਈ। ਦਾ ਵੈਲਿਊ ਆਫ ਐਕਸੈਲਰੇਸ਼ਨ ਡਿਊ ਟੂ ਗ੍ਰੈਵਿਟੀ ਕੈਨ ਬੀ ਓਬਟੇਨਡ ਬਾਈ ਡਬਲਿੰਗ ਦਾ ਸਲੋਪ ਆਫ ST ਸਕੁਆਇਰ। S ਤੇ T ਸਕੁਆਇਰ ਦਾ ਜਿਹੜਾ ਗ੍ਰਾਫ ਆ ਨਾ ਉਹਦੀ ਜਿਹੜੀ ਸਲੋਪ ਆ ਜੇ ਉਹਦਾ ਡਬਲ ਕਰ ਦਈਏ ਤੇ ਐਕਸੈਲਰੇਸ਼ਨ ਨਿਕਲ ਆਊਗੀ ਫੋਰ ਏ ਫਰੀਲੀ ਫਾਲਿੰਗ ਬੋਡੀ। ਸੋ ਇਹ ਸੀਗਾ ਸਾਡਾ ਚੈਪਟਰ, ਇੱਥੇ ਆ ਕੇ ਖ਼ਤਮ ਹੁੰਦਾ ਵਾ। ਅਸੀਂ ਮੋਸ਼ਨ ਅੰਡਰ ਗ੍ਰੈਵਿਟੀ ਦਾ ਇੱਕ ਐਗਜ਼ਾਮਪਲ ਕੰਸੀਡਰ ਕੀਤੀ, ਜਿਹਦੇ ਅਸੀਂ ਮੋਸ਼ਨ ਤੋਂ ਪਹਿਲੇ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਬਣਾਇਆ, ਮੁੜ ਕੇ ਅਸੀਂ ਡਿਸਪਲੇਸਮੈਂਟ ਟਾਈਮ ਗ੍ਰਾਫ ਬਣਾਇਆ, ਫਿਰ ਅਸੀਂ ਡਿਸਪਲੇਸਮੈਂਟ ਤੇ ਟਾਈਮ ਸਕੁਆਇਰ ਦਾ ਗ੍ਰਾਫ ਬਣਾਇਆ। ਤੇ ਉਹਦੇ ਤੋਂ ਸਾਨੂੰ ਇਹ ਪਤਾ ਚੱਲਿਆ ਇੱਕ ਤਾਂ ਵੀ ਐਕਸੈਲਰੇਸ਼ਨ ਕੱਢਣੀ ਤੇ ਇਹਦੀ ਸਲੋਪ ਦਾ ਡਬਲ ਕਰ ਦਿਓ ਤਾਂ ਨਿਕਲ ਜੂਗੀ। ਇੱਕ ਸਾਨੂੰ ਇੱਕ ਇੰਪੋਰਟੈਂਟ ਰਿਜ਼ਲਟ ਪਤਾ ਚੱਲਿਆ ਵੀ ਜਿਹੜੀ ਡਿਸਪਲੇਸਮੈਂਟ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਟਾਈਮ ਦੇ ਸਕੁਆਇਰ ਦੇ, ਟਾਈਮ ਦੇ ਸਕੁਆਇਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਤੇ ਮੋਸ਼ਨ ਅੰਡਰ ਗ੍ਰੈਵਿਟੀ ਦਾ ਜਿਹੜਾ ਡਿਸਪਲੇਸਮੈਂਟ ਟਾਈਮ ਗ੍ਰਾਫ ਉਹ ਇੱਦਾਂ ਦੀ ਕਰਵ ਬਣਦੀ ਹੈ, ਤੇ ਵੈਲੋਸਿਟੀ ਟਾਈਮ ਗ੍ਰਾਫ ਸਟ੍ਰੇਟ ਲਾਈਨ ਬਣਦੀ ਹੈ, ਤੇ ਐਕਸੈਲਰੇਸ਼ਨ ਟਾਈਮ ਗ੍ਰਾਫ ਇਹ ਵਾਲਾ ਬਣਦਾ ਹੈ। ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇਹਦੇ ਨੂਮੈਰੀਕਲ ਕਰਾਂਗੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।